ਹੈਲੋ ਵੈਲਕਮ ਟੂ ਆਲ। ਅਤੇ ਅਸੀਂ ਅੱਜ ਇਹ ਜਿਹੜੀ ਕੰਪਿਊਟਰ ਦੀ ਕਲਾਸ ਹੈ ਉਹ ਲੈ ਕੇ ਆ ਚੁੱਕੇ ਹਾਂ। ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿਹੜੀ ਇੰਪੋਰਟੈਂਟ ਕੁਐਸਚਨ ਹੈ ਕੰਪਿਊਟਰ ਦੇ ਉਹ ਵੇਖਣ ਨੂੰ ਮਿਲਣਗੇ। ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਅਤੇ ਸ਼ੇਅਰ ਕਰੋ। ਅਸੀਂ ਬਿਨਾਂ ਟਾਈਮ ਵੇਸਟ ਕੀਤੇ ਜਿਹੜੇ ਇਹ ਮੋਕ ਟੈਸਟ ਹੈ ਉਹ ਅਸੀਂ ਲਗਾਉਣ ਜਾ ਰਹੇ ਹਾਂ ਕੰਪਿਊਟਰ ਦਾ। ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਿ MS ਵਰਡ ਵਿੱਚ ਸਭ ਤੋਂ ਛੋਟਾ ਫੌਂਟ ਸਾਈਜ਼ ਕੀ ਹੈ ਜਿਸ ਦੀ ਵਰਤੋਂ ਅਸੀਂ ਵਰਡ ਵਿੱਚ ਟੈਕਸਟ ਕਰਨ ਲਈ ਵਰਤਦੇ ਹਾਂ। ਹਾਂਜੀ ਦੱਸੋ ਜੀ। MS ਵਰਡ ਦੇ ਵਿੱਚ ਮਤਲਬ ਸਭ ਤੋਂ ਛੋਟਾ ਫੌਂਟ ਸਾਈਜ਼ ਕੀ ਹੁੰਦਾ ਹੈ ਜੀ। ਇੰਪੋਰਟੈਂਟ ਕੁਐਸਚਨ ਹੈ GK ਦਾ। ਬਿਲਕੁਲ ਸਹੀ ਆਨਸਰ 8, ਕਿਉਂਕਿ ਅਗਰ ਅਸੀਂ 8 ਦੇਖਾਂਗੇ ਤਾਂ 8 ਸਭ ਤੋਂ ਛੋਟਾ ਹੁੰਦਾ ਹੈ ਅਤੇ ਉਸ ਤੋਂ ਅੱਗੇ 12 14 ਇੱਦਾਂ ਕਰਦੇ ਹੋਏ 16 ਜਿਹੜੇ ਫੌਂਟ ਨੇ ਉਹ ਵੱਧਦੇ ਨੇ। ਤਾਂ ਸਭ ਤੋਂ ਛੋਟਾ ਅਗਰ ਪੁੱਛ ਲਿਆ ਜਾਏ ਤਾਂ 8 ਇਸਦਾ ਕਰੈਕਟ ਆਨਸਰ ਹੈ। ਅੱਗੇ ਚੱਲਦੇ ਹਾਂ ਜੀ। CPU ਦੀ ਗਤੀ ਨੂੰ ਮਾਪਿਆ ਜਾਂਦਾ ਹੈ, ਮਤਲਬ CPU ਹੈ ਇਹਦੀ ਗਤੀ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ? ਮੈਗਾਹਰਜ਼ ਦੇ ਵਿੱਚ ਜਾਂ ਫਿਰ ਗੀਗਾਹਰਜ਼ ਦੇ ਵਿੱਚ ਜਾਂ ਫਿਰ ਹਰਜ਼ ਦੇ ਵਿੱਚ? ਕਰੈਕਟ ਆਨਸਰ ਇਸਦਾ ਹੈ ਇਹ ਸਾਰੇ ਹੀ ਜਿਹੜੇ ਹੁੰਦੇ ਨੇ ਨਾ, ਇਹ ਗੀਗਾਹਰਜ਼, ਮੈਗਾਹਰਜ਼ ਅਤੇ ਹਰਜ਼, ਇਹ ਸਾਰੇ ਹੀ ਜਿਹੜੇ ਇਹਨਾਂ ਦੇ ਨਾਲ ਹੀ CPU ਨੂੰ ਗਤੀ ਨੂੰ ਮਾਪਿਆ ਜਾਂਦਾ ਹੈ। ਕਰੈਕਟ ਆਨਸਰ ਇਸਦਾ D ਹੈ। ਅੱਗੇ ਚੱਲਦੇ ਹਾਂ ਜੀ। ਈਮੇਲ ਵਿੱਚ xy@yahoo.com ਵਿੱਚ ਕੌਮ ਦਾ ਕੀ ਅਰਥ ਹੈ? ਹਾਂਜੀ ਹੁਣ ਕੌਮ ਦਾ ਅਰਥ ਹੈ ਕੀ ਹੈ? ਕੌਮ ਦਾ ਅਰਥ ਹੈ ਕਮਰਸ਼ੀਅਲ। ਜਿਸ ਤਰ੍ਹਾਂ ਅਗਰ ਐਜੂਕੇਸ਼ਨ ਲਿਖਿਆ ਹੋਵੇ ਪਿੱਛੇ ਤਾਂ ਉਸਦਾ ਅਰਥ ਹੈ ਕੋਈ ਐਜੂਕੇਸ਼ਨ ਦੀ ਸੰਸਥਾ ਹੈ, ਠੀਕ ਹੈ। ਜੇ ਪਿੱਛੇ ORG ਲਿਖਿਆ ਹੋਵੇ ਤਾਂ ਕੋਈ ਔਰਗਨਾਈਜੇਸ਼ਨ ਹੈ। ਜਿਸ ਤਰ੍ਹਾਂ ਤੁਸੀਂ ਦੇਖਦੇ ਨਾ www.dash.org ਤਾਂ ਉਹ ਔਰਗਨਾਈਜੇਸ਼ਨ ਹੈ। ਜੇ ਪਿੱਛੇ ਕੌਮ ਲਿਖਿਆ ਹੋਵੇ ਤਾਂ ਉਹ ਕਮਰਸ਼ੀਅਲ ਹੈ, ਯਾਨੀ ਕਿ ਵਪਾਰਕ ਤੌਰ 'ਤੇ ਉਸਦਾ ਇਸਤੇਮਾਲ ਹੁੰਦਾ ਹੈ। ਤਾਂ ਇਸਦਾ ਆਨਸਰ A ਹੋ ਜਾਏਗਾ। ਅੱਗੇ ਚੱਲਦੇ ਹਾਂ ਜੀ। ਵਿੰਡੋ ਆਪਰੇਟਿੰਗ ਸਿਸਟਮ ਵਿੱਚ ਕੰਪਿਊਟਰ ਵਿੱਚ ਫਾਈਲਾਂ ਨੂੰ ਉਹਨਾਂ ਦੀ ਥਾਵਾਂ ਤੋਂ ਸਟੋਰ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਜਦੋਂ ਉਹਨਾਂ ਦੀ ਫਾਈਲਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਤਾਂ ਉਹਨਾਂ ਨੂੰ ਅਸੀਂ ਫੋਲਡਰ ਆਖਦੇ ਹਾਂ, ਕਿ ਫੋਲਡਰਾਂ ਦੇ ਵਿੱਚ ਹੀ ਜਿਹੜੀ ਆਪਰੇਟਿੰਗ ਸਿਸਟਮ ਦੀਆਂ ਫਾਈਲਾਂ ਨੇ ਉਹਨਾਂ ਨੂੰ ਸਟੋਰ ਕਰਦੇ ਨੇ। C ਦਾ ਕਰੈਕਟ ਆਨਸਰ ਹੈ ਫੋਲਡਰ। ਅੱਗੇ ਚੱਲਦੇ ਹਾਂ ਜੀ। ਮਾਈਕਰੋਸਾਫਟ ਐਕਸਲ ਵਿੱਚ ਹੇਠ ਲਿਖੇ ਵਿੱਚੋਂ ਸਾਧਨ ਇੱਕ ਵਿਸ਼ਾਲ ਵਿਸਤ੍ਰਿਤ ਡਾਟਾ ਸਮੂਹ ਨੂੰ ਮਹੱਤਤਾ ਨੂੰ ਕਰਨ ਇਹ ਇੱਥੇ ਥੋੜ੍ਹੀ ਕਰੈਕਸ਼ਨ ਹੈ, ਇਹ ਸਿਗਨੀਫੀਕੈਂਸ ਆਏਗਾ। ਇੱਥੇ ਸਿਗਨੀਫੀਕੈਂਸ ਦੀ ਜਿਹੜੀ ਮਹੱਤਤਾ ਹੈ ਉਹ ਦਿੰਦਾ ਹੈ। ਕਰੈਕਟ ਆਨਸਰ ਇਸਦਾ ਹੈ ਧਰੂਵੀ ਸਾਰਣੀਆਂ ਦੀ ਪਿਵੋਟ ਟੇਬਲ ਇਸਦਾ ਕਰੈਕਟ ਆਨਸਰ ਹੈ। ਜਿਹੜਾ ਮਾਈਕਰੋਸਾਫਟ ਐਕਸਲ ਹੈ ਉਸ ਦੇ ਵਿੱਚ ਵਿਸ਼ਾਲ ਵਿਸਤ੍ਰਿਤ ਡਾਟਾ ਪ੍ਰੋਵਾਈਡ ਹੁੰਦਾ ਹੈ। ਜਦੋਂ ਤੁਸੀਂ ਕਿਸੇ ਸਪਰੈਡਸ਼ੀਟ ਵਿੱਚ ਚਾਰਟ ਦਾ ਰੰਗ ਅਤੇ ਪਿਛੋਕੜ ਬਦਲਦੇ ਹੋ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਜਦੋਂ ਤੁਸੀਂ ਕਿਸੇ ਸਪਰੈਡਸ਼ੀਟ ਦੇ ਵਿੱਚ ਚਾਰਟ ਦਾ ਰੰਗ ਅਤੇ ਪਿਛੋਕੜ ਯਾਨੀ ਉਸਦੀ ਸਾਰਾ ਹੀ ਪਿਛੋਕੜ ਉਸਦਾ ਬਦਲ ਦਿੰਦੇ ਹੋ ਤਾਂ ਉਸ ਨੂੰ ਆਪਾਂ ਫੋਰਮੈਟਿੰਗ ਆਖਦੇ ਹਾਂ। ਫੋਰਮੈਟਿੰਗ ਇਸਦਾ ਕਰੈਕਟ ਆਨਸਰ ਹੈ। ਸਪਰੈਡਸ਼ੀਟ ਦੇ ਵਿੱਚ ਅਸੀਂ ਫੋਰਮੈਟਿੰਗ ਦਾ ਆਪਸ਼ਨ ਕਰਕੇ ਅਸੀਂ ਚਾਰਟ ਦਾ ਰੰਗ ਕੋਈ ਵੀ ਉਸਦਾ ਪਿਛਲਾ ਕੋਈ ਵੀ ਕਾਰਜ ਹੈ ਉਸ ਨੂੰ ਅਸੀਂ ਫੋਰਮੈਟ ਕਰਕੇ ਉਸ ਨੂੰ ਫੋਰਮੈਟਿੰਗ ਆਖਦੇ ਹਾਂ। ਮਾਈਕਰੋਸਾਫਟ ਪਾਵਰਪੁਆਇੰਟ ਵਿੱਚ ਪ੍ਰਸਤੁਤੀਕਰਨ ਵਿੱਚ ਨਵੀਂ ਸਲਾਈਡ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਇਸਦਾ ਆਨਸਰ ਹੈ ਸਲਾਈਡ ਸੌਰਟਰ ਵਿਊ। ਜਦੋਂ ਕੰਪਿਊਟਰ ਖੋਲ੍ਹਦੇ ਹਾਂ ਤਾਂ ਉੱਪਰਲੇ ਪਾਸੇ ਸਲਾਈਡ ਸੌਰਟਰ ਵਿਊ ਆਉਂਦਾ ਹੈ। ਤਾਂ ਇਸਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਜਦੋਂ ਉਸ ਨੂੰ ਪ੍ਰਸਤੁਤ ਪ੍ਰੀਵਿਊ ਕਰਾਂਗੇ ਤਾਂ ਜਿਹੜੀ ਸਲਾਈਡ ਪਾਈ ਜਾਏਗੀ, ਸਭ ਤੋਂ ਵਧੀਆ ਤਰੀਕਾ ਸਲਾਈਡ ਸੌਰਟਰ ਵਿਊ ਦਾ ਆਪਸ਼ਨ ਹੀ ਹੈ। ਪ੍ਰਵਾਹ ਦੇ ਵਿਕਲਪਾਂ ਤੋਂ ਉੱਚਤਮ ਤੋਂ ਘੱਟ ਗਤੀ ਤੱਕ ਯਾਦਾਂ ਦੀਆਂ ਕਿਸਮਾਂ ਦਾ ਸਹੀ ਪ੍ਰਬੰਧਨ ਕਿਹੜਾ ਹੈ? ਇਸਦਾ ਕਰੈਕਟ ਆਨਸਰ ਹੈ B ਰਜਿਸਟਰ। L1 ਕੈਸ਼ ਸੈਕੰਡਰੀ ਸਟੋਰੇਜ ਮੁੱਖ ਮੈਮਰੀ ਇਸਦਾ ਕਰੈਕਟ ਆਨਸਰ ਹੈ। ਜਦੋਂ ਰਜਿਸਟਰ ਫਿਰ L1 ਕੈਸ਼ ਸੈਕੰਡਰੀ ਸਟੋਰੇਜ ਮੁੱਖ ਮੈਮਰੀ। ਕਰੈਕਟ ਆਨਸਰ B। ਕਿਹੜਾ ਕੀ ਸਟ੍ਰੋਕ ਸੁਮੇਲ ਦਾ ਪੂਰੇ ਸ਼ਬਦ ਦਸਤਾਵੇਜ਼ ਦੀ ਚੋਣ ਕਰਦਾ ਹੈ? ਕੰਟਰੋਲ A ਇਸ ਦਾ ਕਰੈਕਟ ਆਨਸਰ ਹੈ। ਕੀ ਸਟ੍ਰੋਕ ਜਿਹੜਾ ਹੁੰਦਾ ਹੈ ਇਹ ਪੂਰੇ ਸ਼ਬਦ ਦਸਤਾਵੇਜ਼ ਦੀ ਚੋਣ ਕਰਦਾ ਹੈ। ਹਾਂਜੀ ਬਾਹਰ ਕੋਡ ਦੇ ਚਿੰਨ੍ਹ ਬਾਹਰ ਕੋਡ ਰੀਡਰ ਦੁਆਰਾ ਵਰਤ ਕੇ ਤਿਆਰ ਹੁੰਦੇ ਨੇ। ਇਹਦਾ ਕਰੈਕਟ ਆਨਸਰ ਹੈ ਫੋਟੋ ਇਲੈਕਟ੍ਰਿਕ ਸਕੈਨਰ। ਫੋਟੋ ਇਲੈਕਟ੍ਰਿਕ ਸਕੈਨਰ ਹੁੰਦਾ ਜਿਹੜਾ ਬਾਹਰ ਕੋਡ ਸਕੈਨ ਕਰਦਾ ਹੈ। ਫੋਟੋ ਇਲੈਕਟ੍ਰਿਕ ਸਕੈਨਰ ਉਸ ਨੂੰ ਆਖਿਆ ਜਾਂਦਾ ਹੈ। ਨੈਟਵਰਕ ਇੰਟਰਫੇਸ ਕਾਰਡ ਇੱਕ ਡੈਸ਼ ਡਿਵਾਈਸ ਹੈ। ਨੈਟਵਰਕ ਇੰਟਰਫੇਸ ਕਾਰਡ ਇੱਕ ਤਰ੍ਹਾਂ ਦਾ ਇੱਕ ਇਨਪੁਟ ਵੀ ਹੈ ਅਤੇ ਉਹ ਆਊਟਪੁੱਟ ਵੀ ਹੈ। ਕਰੈਕਟ ਆਨਸਰ ਇਸਦਾ C ਇੱਕ ਤਰ੍ਹਾਂ ਦੀ ਇੱਕ ਚਿੱਪ ਹੁੰਦੀ ਹੈ ਅਤੇ ਚਿੱਪ ਦੇ ਦੁਆਲੇ ਇੱਕ ਮੋਡਮ ਜਾਂ
ਹੁੰਦਾ ਹੈ ਅਤੇ ਇਸ ਨੂੰ ਅਸੀਂ ਇਨਪੁੱਟ ਅਤੇ ਆਊਟਪੁੱਟ ਦੋਵੇਂ ਹੀ ਆਪਾਂ ਆਖਦੇ ਹਾਂ। ਅਤੇ ਜਿਹੜਾ ਨੈਟਵਰਕ ਇੰਟਰਫੇਸ ਕਾਰਡ ਹੈ ਇੱਕ ਇਨਪੁੱਟ ਅਤੇ ਆਊਟਪੁੱਟ ਡਿਵਾਈਸ ਹੈ। ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ। ਹੇਠ ਲਿਖੇ ਵਿੱਚੋਂ ਕਿਹੜੀ ਸਭ ਤੋਂ ਤੇਜ਼ ਮੈਮਰੀ ਹੈ? ਸੈਕੰਡਰੀ ਮੈਮਰੀ, ਸਹਾਇਕ ਮੈਮਰੀ, ਕੈਸ਼ੇ ਮੈਮਰੀ ਅਤੇ ਵਰਚੁਅਲ ਮੈਮਰੀ। ਕਰੈਕਟ ਆਨਸਰ ਕੀ ਹੈ ਜੀ? ਕੈਸ਼ੇ ਮੈਮਰੀ। ਇੱਥੇ ਕੈਸ਼ੇ ਤੁਸੀਂ ਕਰੈਕਟ ਕਰ ਲਓ। ਕੈਸ਼ੇ ਮੈਮਰੀ ਇਸ ਦਾ ਕਰੈਕਟ ਆਨਸਰ ਹੈ, ਜਿਹੜੀ ਕਿ ਸਭ ਤੋਂ ਫਾਸਟੈਸਟ ਮੈਮਰੀ ਮੰਨੀ ਜਾਂਦੀ ਹੈ। HTTPS ਦਾ ਵਿੱਚ ਸਭ ਤੋਂ ਮਤਲਬ ਐਸ ਦਾ ਕੀ ਅਰਥ ਹੈ ਇਹਦੇ 'ਚ? HTTP ਮੈਂ ਤੁਹਾਨੂੰ ਫੁੱਲ ਫੋਰਮ ਦੱਸਦਾ ਕਿ ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ ਇਸ ਦੀ ਜਿਹੜੀ ਫੁੱਲ ਫੋਰਮ ਹੈ। ਅਤੇ ਐਸ ਨੂੰ ਕੀ ਕਿਹਾ ਜਾਂਦਾ? ਕਰੈਕਟ ਆਨਸਰ ਕੀ ਹੈ ਜੀ? ਸਿਕਿਉਰ। ਸਿਕਿਉਰ ਇਸ ਦਾ ਕਰੈਕਟ ਆਨਸਰ ਹੈ, ਸਿਕਿਉਰ। ਤੁਸੀਂ ਯਾਦ ਰੱਖਣਾ ਹੈ, ਇਸ ਦੇ ਵਿੱਚ ਸੁਰੱਖਿਅਤ ਇਸ ਦਾ ਕਰੈਕਟ ਆ ਜਾਊਗਾ, ਸੁਰੱਖਿਅਤ, ਸਿਕਿਉਰ। ਟੂ ਰਨ ਦਾ ਥੈਸ਼ੋਰਸ ਵਿਚ ਕੀ ਵਿਲ ਬੀ ਪ੍ਰੈਸਡ। ਜਦੋਂ ਆਪਾਂ ਅਜਿਹੀ ਕੀ ਦਬਾਉਂਦੇ ਹਾਂ ਤਾਂ ਕੀ ਹੁੰਦਾ ਹੈ? ਸ਼ਿਫਟ F7। ਜਦੋਂ ਆਪਾਂ ਸ਼ਿਫਟ F7 ਦੱਬਦੇ ਹਾਂ ਤਾਂ ਜਿਹੜਾ ਸਿਨੋਨੀਅਮ ਹੈ, ਕਿਸੇ ਵੀ ਕੋਈ ਵਰਡ ਲਿਖਿਆ ਆਪਾਂ ਨੇ ਉਹਦਾ ਸਿਨੋਨੀਅਮ ਹੈ, ਤਾਂ ਸ਼ਿਫਟ 7 ਦੇ ਨਾਲ ਉਹ ਸਿਨੋਨੀਅਮ ਆ ਜਾਣਗੇ ਉਹ ਤੋਂ। ਕਰੈਕਟ ਆਨਸਰ ਏ ਇਸ ਦਾ ਕਰੈਕਟ ਹੈ। ਅੱਗੇ ਚੱਲਦੇ ਹਾਂ ਜੀ। ਵਿਚ ਇਜ਼ ਨੋਟ ਨੈਟਵਰਕ ਡਿਵਾਈਸ। ਕਿਹੜੀ ਨੈਟਵਰਕ ਡਿਵਾਈਸ ਨਹੀਂ ਹੈ? ਇਸ ਦਾ ਕਰੈਕਟ ਆਨਸਰ ਕੀ ਹੈ ਜੀ? ਸਟਾਰ। ਸਟਾਰ ਕਦੇ ਵੀ ਕੋਈ ਨੈਟਵਰਕ ਡਿਵਾਈਸ ਨਹੀਂ ਹੈ। ਨੈਕਸਟ, ਇਨ ਦ ਇੰਟਰਨੈਟ ਬਿਜ਼ਨਸ IPS ਸਟੈਂਡਸ ਫੋਰ, ਵੈਰੀ ਇੰਪੋਰਟੈਂਟ ਕੁਐਸਚਨ। IPS ਦੀ ਫੁੱਲ ਫੋਰਮ ਤੁਸੀਂ ਦੱਸਣੀ ਹੈ, ਇੰਟਰਨੈਟ ਸਰਵਿਸ ਪ੍ਰੋਵਾਈਡਰ। ਬੀ ਕਰੈਕਟ ਹੈ, ਬੀ ਇਸ ਦਾ ਕਰੈਕਟ ਆਨਸਰ ਹੈ। ਵਿਚ ਕੋਡ ਯੂਜ਼ ਟੂ ਚੈੱਕ। ਚੈੱਕ ਦੇ ਵਿੱਚ ਕਿਹੜਾ ਕੋਡ ਜਿਹੜਾ ਹੈ ਉਹ ਯੂਜ਼ ਹੁੰਦਾ ਹੈ? ਕਰੈਕਟ ਆਨਸਰ ਡੀ, ਯਾਨੀ ਮਿਕਰ। ਯਾਨੀ ਇਸ ਦੀ ਫੁੱਲ ਫੋਰਮ ਕੀ ਬਣੇਗੀ ਜੀ? ਮੈਗਨੈਟਿਕ ਇੰਕ ਚਾਰਜ ਰਿਕੋਗਨਾਈਜੇਸ਼ਨ। ਇਹ ਮਿਕਰ ਇਸ ਦੀ ਕਰੈਕਟ ਆਨਸਰ ਹੈ। ਆਪਸ਼ਨ ਨੰਬਰ ਡੀ ਕਰੈਕਟ ਹੋ ਜਾਵੇਗਾ। ਵਿਚ ਆਫ ਦਾ ਫੋਲੋਇੰਗ ਫਾਸਟੈਸਟ ਮੈਮਰੀ। ਇਹ ਪਹਿਲਾਂ ਵੀ ਪੁੱਛਿਆ ਜਾ ਚੁੱਕਿਆ ਹੈ। ਕੈਸ਼ੇ ਮੈਮਰੀ ਫਾਸਟੈਸਟ ਮੈਮਰੀ ਹੈ। ਵਿਚ ਇਜ਼ ਨੋਟ ਰੈਮ ਟਾਈਪ। ਰੈਮ ਟਾਈਪ ਕਿਹੜੀ ਨਹੀਂ ਹੈ ਜੀ? ਇਪਰੈਮ। ਇਹ ਤੁਸੀਂ ਕਰੈਕਟ ਕਰ ਲੈਣਾ ਹੈ। ਆਪਸ਼ਨ ਨੰਬਰ ਡੀ, ਇੱਥੇ ਸੀ ਲਿਖਿਆ ਗਿਆ ਹੈ ਲੇਕਿਨ ਇਪਰੈਮ ਇਸ ਦਾ ਕਰੈਕਟ ਆਨਸਰ ਹੈ। ਆਪਸ਼ਨ ਨੰਬਰ ਡੀ ਇਪਰੈਮ, ਯਾਦ ਰੱਖਣਾ ਹੈ, ਇਪਰੈਮ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਐਕਸਟੈਂਸ਼ਨ ਆਫ ਮਾਈਕਰੋਸਾਫਟ ਵਰਡ ਫਾਈਲ। ਜਿਹੜੀ ਮਾਈਕਰੋਸਾਫਟ ਵਰਡ ਫਾਈਲ ਹੁੰਦੀ ਹੈ, ਐਕਸਟੈਂਸ਼ਨ ਹੁੰਦੀ ਹੈ ਡੋਟ ਡੋਕ ਦੀ। ਡੋਟ ਡੋਕ ਤੁਸੀਂ ਯਾਦ ਰੱਖਣਾ ਹੈ, ਡੋਟ ਡੋਕ ਇਸ ਦਾ ਕਰੈਕਟ ਆਨਸਰ ਮੰਨਿਆ ਜਾਊਗਾ। ਵਿਚ ਇਜ਼ ਨੋਨ ਵੋਲਾਟਾਈਲ ਮੈਮਰੀ। ਹੁਣ ਇੱਥੇ ਆ ਚੁੱਕਿਆ ਹੈ ਜੀ ਨੋਨ ਵੋਲਾਟਾਈਲ ਮੈਮਰੀ। ਨੋਨ ਵੋਲਾਟਾਈਲ ਮੈਮਰੀ ਕੀ ਹੁੰਦੀ ਹੈ? ਇਹਨਾਂ ਦੇ ਵਿੱਚ ਡਾਟਾ ਇਜ਼ ਸੇਵਡ ਰਿਗਾਰਡ ਆਫ ਪਾਵਰ ਆਫ। ਜਦੋਂ ਤੁਸੀਂ ਕੰਪਿਊਟਰ ਨੂੰ ਬੰਦ ਕਰ ਦਿੰਦੇ ਹੋ ਤਾਂ ਜਿਹੜੀ ਸੇਵ ਹੋ ਜਾਂਦੀ ਹੈ ਡਾਟਾ, ਤਾਂ ਉਸ ਨੂੰ ਨੋਨ ਵੋਲਾਟਾਈਲ ਮੈਮਰੀ ਅਸੀਂ ਆਖਦੇ ਹਾਂ। ਅਸੀਂ ਹੁਣ ਜਿਹੜੀ ਇਹ ਵੀਡੀਓ ਹੈ ਇੱਥੇ ਸਮਾਪਤ ਕਰਾਂਗੇ ਅਤੇ ਤੁਹਾਨੂੰ ਨਵੀਂ ਹੀ ਵੀਡੀਓ 2 ਘੰਟੇ ਦੇ ਅੰਤਰਾਲ ਦੇ ਵਿੱਚ ਵੇਖਣ ਨੂੰ ਮਿਲੇਗੀ। ਅਤੇ ਤੁਸੀਂ ਕਮੈਂਟ ਕਰਨੇ ਕਿ ਤੁਸੀਂ ਅਗਲੀ ਜਿਹੜੀ ਵੀਡੀਓ ਹੈ ਉਹ ਰੀਜ਼ਨਿੰਗ 'ਤੇ ਚਾਹੀਦੀ ਹੈ ਜਾਂ ਫਿਰ ਕੰਪਿਊਟਰ 'ਤੇ ਹੀ। ਤਾਂ ਹੁਣ